ਅਸੀਂ ਦੇਵੀ ਦੇਵਤਿਆਂ ਨੂੰ ਕਿੰਨਾ ਪਿਆਰ ਕਰਦੇ ਹਾਂ, ਪੀਰਾਂ ਪੈਗੰਬਰਾਂ ਨੂੰ ਕਿੰਨਾ ਪਿਆਰ ਕਰਦੇ ਹਾਂ। ਅਸੀਂ ਰੋਜ਼ ਜੋਤ ਜਗਾਉਂਦੇ ਹਾਂ, ਸਵੇਰੇ ਉੱਠ ਕੇ ਧੂਪ ਬੱਤੀਆਂ ਕਰਦੇ ਹਾਂ। ਉਹ ਕਾਹਦੇ ਲਈ ਕਰਦੇ ਹਾਂ? ਕੀ ਤੁਸੀਂ ਉਹਨਾਂ ਨੂੰ ਮਿਲਣਾ ਨਹੀਂ ਚਾਹੁੰਦੇ? ਕੀ ਤੁਸੀਂ ਉਹਨਾਂ ਨੂੰ ਪ੍ਰੇਮ ਨਹੀਂ ਕਰਦੇ? ਜਾਂ ਤੁਹਾਨੂੰ ਆਪਣੀ ਇੱਛਾਵਾਂ ਤੱਕ ਹੀ ਮਤਲਬ ਆ, ਜਾਂ ਆਪਣੀ ਜ਼ਰੂਰਤਾਂ ਤੱਕ ਹੀ ਮਤਲਬ ਆ? ਕਦੇ ਵਿਚਾਰ ਕਰਿਓ ਬੈਠ ਕੇ। ਤੁਸੀਂ ਰੋਜ਼ ਧੂਪ ਬੱਤੀ ਕਰਦੇ ਹੋ, ਚਰਾ ਲਗਾਉਂਦੇ ਹੋ, ਧੂਪ ਬੱਤੀ ਕਰਦੇ ਹੋ, ਕਾਹਦੇ ਲਈ ਕਰਦੇ ਹੋ? ਕਿ ਉਹਨੂੰ ਪਾਉਣ ਵਾਸਤੇ ਕਰਦੇ ਹੋ, ਜਾਂ ਆਪਣਾ ਸੰਸਾਰ ਦੀਆਂ ਇੱਛਾ ਪੂਰੀਆਂ ਕਰਨ ਵਾਸਤੇ ਕਰਦੇ ਹੋ? ਅੱਜ ਸਾਰਾ ਸੰਸਾਰ ਗਣਪਤੀ ਉਤਸਵ ਮਨਾ ਰਿਹਾ। ਹਰ ਪਾਸੇ ਗਣਪਤੀ ਮਹਾਰਾਜ ਦੀ ਪੂਜਾ ਹੋ ਰਹੀ ਆ। ਬਹੁਤ ਵਧੀਆ ਗੱਲ ਆ, ਪੂਜਾ ਕਰਨੀ ਚਾਹੀਦੀ ਆ। ਰਿੱਧੀ ਸਿੱਧੀਆਂ ਦੇ ਮਾਲਕ ਗਣੇਸ਼ ਭਗਵਾਨ ਨੇ। ਔਰ ਕੋਈ ਵੀ ਸ਼ੁਭ ਕਾਰਜ ਕੀਤਾ ਜਾਂਦਾ, ਸ਼ੁਭ ਕੰਮ ਕੀਤਾ ਜਾਂਦਾ ਤਾਂ ਗਣੇਸ਼ ਭਗਵਾਨ ਨੂੰ ਪਹਿਲਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਅਸੀਂ ਪੂਜਾ ਕਿਉਂ ਕਰਦੇ ਹਾਂ? ਆਹਵਾਨ ਕਰਦੇ ਹਾਂ, ਉਹਨੂੰ ਬੁਲਾਉਂਦੇ ਹਾਂ ਨਾ ਕਿ ਪ੍ਰਭੂ ਆਓ, ਸਾਡੇ ਕਾਰਜ ਹੱਲ ਕਰੋ, ਸਾਡੇ ਕਾਰਜ ਸੰਪੂਰਨ ਕਰੋ। ਤਾਂ ਹੀ ਅਸੀਂ ਗਣੇਸ਼ ਭਗਵਾਨ ਦੀ ਪੂਜਾ ਕਰਦੇ ਹਾਂ। ਇਹ ਤਿਉਹਾਰ ਗਣਪਤੀ ਉਤਸਵ, ਇਹ ਮਹਾਰਾਸ਼ਟਰ ਦਾ ਤਿਉਹਾਰ ਆ। ਇਹ ਉੱਧਰ ਦਾ ਤਿਉਹਾਰ ਹੈ, ਇੱਧਰ ਦਾ ਤਿਉਹਾਰ ਨਹੀਂ ਹੈਗਾ। ਇਹ ਮਹਾਰਾਸ਼ਟਰ ਵਿੱਚ ਲਾਲ ਬਾਗ ਦੇ ਰਾਜਾ ਕਾਰਤਿਕ ਸੀ। ਕਾਰਤਿਕ ਭਗਵਾਨ ਨੇ ਗਣੇਸ਼ ਭਗਵਾਨ ਨੂੰ ਬੁਲਾਇਆ ਸੀ। ਉਹਨਾਂ ਅੱਗੇ ਬੇਨਤੀ ਕੀਤੀ, ਪ੍ਰਭੂ ਤੁਸੀਂ ਆਓ ਅਤੇ ਹਫ਼ਤਾ ਇੱਥੇ ਰਹਿ ਕੇ ਜਾਓ। ਤਾਂ ਕਾਰਤਿਕ ਦੇ ਜਦੋਂ ਬੇਨਤੀ ਕੀਤੀ ਤਾਂ ਗਣੇਸ਼ ਭਗਵਾਨ ਜੀ ਉੱਥੇ ਇੱਕ ਹਫ਼ਤੇ ਲਈ ਰਹੇ ਸੀ। ਜਦੋਂ ਗਣੇਸ਼ ਭਗਵਾਨ ਉੱਤੇ ਇੱਕ ਹਫ਼ਤੇ ਲਈ ਰਹੇ ਅਤੇ ਨਾਲ ਮਾਤਾ ਲక్ష్ਮੀ ਸੀ। ਫਿਰ ਉਹਨਾਂ ਦੀ ਪਤਨੀ ਰਿੱਧੀ ਸਿੱਧੀ ਉਹ ਵੀ ਨਾਲ ਸੀ। ਇੱਕ ਹਫ਼ਤਾ ਕਾਰਤਿਕ ਜੀ ਨੇ ਬਹੁਤ ਸੇਵਾ ਕੀਤੀ। ਲਾਲ ਬਾਗ ਦੇ ਰਾਜਾ ਮੰਨ ਕੇ ਗਣੇਸ਼ ਭਗਵਾਨ ਦੀ ਬਹੁਤ ਸੇਵਾ ਕੀਤੀ, ਬਹੁਤ ਆਓ ਭਗਤ ਕੀਤੀ। ਇਸ ਕਰਕੇ ਉੱਥੇ ਲਾਲ ਬਾਦਸ਼ਾਹ ਨਾਂ ਦੇ ਉਹਨਾਂ ਉਤਸਵ ਮਨਾਇਆ ਜਾਂਦਾ। ਇਹ ਉੱਧਰ ਦੇ ਤਿਉਹਾਰ ਨੇ, ਪਰ ਅਸੀਂ ਲੋਕ ਭੇਡ ਚਾਲ ਦੇ ਚੱਕਰਾਂ ਦੇ ਵਿੱਚ ਇਹ ਸਾਰੇ ਪਾਸੇ ਮਨਾਇਆ ਜਾ ਰਿਹਾ। ਪਰ ਇਹਦਾ ਮਤਲਬ ਕੀ ਆ, ਇਹ ਕਿਸੇ ਨੂੰ ਸ਼ਾਇਦ ਨਹੀਂ ਪਤਾ। ਅਸੀਂ ਗਣੇਸ਼ ਭਗਵਾਨ ਦੀ ਆਰਾਧਨਾ ਕਰਦੇ ਹਾਂ। ਕੋਈ 3 ਦਿਨ ਕਰਦਾ, ਕੋਈ 5 ਦਿਨ ਕਰਦਾ, ਕੋਈ 7 ਦਿਨ ਕਰਦਾ, ਕੋਈ 11 ਦਿਨ ਕਰਦਾ। ਜਿੱਦਾਂ ਜਿੱਦਾਂ ਜਿਹਦੀ ਭਾਵਨਾ, ਜਿੱਦਾਂ ਜਿੱਦਾਂ ਦੀ ਇੱਛਾ ਹੁੰਦੀ ਆ, ਉਸ ਤਰ੍ਹਾਂ ਉਹ ਗਣੇਸ਼ ਭਗਵਾਨ ਦੀ ਪੂਜਾ ਕਰਦੇ ਆ। ਪਰ ਆਪਾਂ ਪੂਜਾ ਕਿਉਂ ਕਰਦੇ ਹਾਂ? ਇਹੀ ਕਹਿੰਦੇ ਹਾਂ ਕਿ ਪ੍ਰਭੂ ਆਓ, ਸਾਡੇ ਕਸ਼ਟ ਖਤਮ ਕਰੋ, ਸਾਡੇ ਘਰ ਵਿੱਚ ਬਰਕਤ ਪਾਓ, ਸਾਨੂੰ ਧਨ ਦੌਲਤ ਦਿਓ, ਸਾਨੂੰ ਐਸ਼ੋ ਆਰਾਮ ਦਿਓ, ਸਾਡੇ ਜੋ ਰੁਕਾਵਟਾਂ ਨੇ ਉਹ ਦੂਰ ਕਰੋ। ਇਸੇ ਕਰਕੇ ਤੁਸੀਂ ਆਰਾਧਨਾ ਕਰਦੇ ਹੋ, ਇਸੇ ਕਰਕੇ ਬੰਦਗੀ ਕਰਦੇ ਹੋ। ਤੁਸੀਂ ਪ੍ਰਭੂ ਨੂੰ ਬੁਲਾਇਆ, ਫਿਰ ਉਹਦਾ ਵਿਸਰਜਨ ਕਿੱਦਾਂ ਕਰ ਦਿੰਦੇ ਹੋ ਤੁਸੀਂ? 10 ਦਿਨ ਅਸੀਂ ਉਹਦੀ ਪੂਜਾ ਕਰਦੇ ਹਾਂ, ਆਰਾਧਨਾ ਕਰਦੇ ਹਾਂ ਕਿ ਪ੍ਰਭੂ ਆਓ, ਪ੍ਰਭੂ ਆਓ, ਪ੍ਰਭੂ ਆਓ। ਫਿਰ ਅਸੀਂ ਉਹਦਾ ਕਿੱਦਾਂ ਵਿਸਰਜਨ ਕਰ ਦਿੰਦੇ ਹਾਂ? ਜਲ 'ਚ ਆ ਕੇ। ਫਿਰ ਅਸੀਂ ਕਹਿੰਦੇ ਹਾਂ ਗਣਪਤੀ ਬਾਪਾ ਮੋਰਿਆ, ਗਣਪਤੀ ਮਹਾਰਾਜ ਅਗਲੇ ਸਾਲ ਫਿਰ ਵਰਸ ਮੇਰੇ ਘਰ ਆਣਾ, ਅਗਲੇ ਸਾਲ ਫਿਰ ਮੇਰੇ ਘਰ ਆਣਾ, ਮੇਰੇ ਪਾਸ ਆਣਾ। ਫਿਰ ਜਦੋਂ ਗਣੇਸ਼ ਭਗਵਾਨ ਜੀ ਜਾਂਦੇ ਨੇ, ਨਾਲ ਲక్ష్ਮੀ ਚਲੀ ਜਾ ਰਹੀ ਆ, ਨਾਲ ਰਿੱਧੀ ਸਿੱਧੀ ਵੀ ਚਲੀ ਜਾਂਦੀਆਂ, ਤੁਸੀਂ ਉਹਦਾ ਹੀ ਵਿਸਰਜਨ ਨਾਲ ਕਰ ਦਿੰਦੇ ਆ। ਫਿਰ ਅੱਗੇ ਤਿਉਹਾਰ ਆ ਰਿਹਾ ਨਵਰਾਤਰਿਆਂ ਦਾ। ਫਿਰ ਨਵਰਾਤਰਿਆਂ ਤਿਉਹਾਰ ਤੁਸੀਂ ਕਿੱਦਾਂ ਮਨਾਓਗੇ? ਅੱਗੇ ਦੀਵਾਲੀ ਆ ਜਾਣੀ ਆ, ਫਿਰ ਤੁਸੀਂ ਦੀਵਾਲੀ ਦੀ ਕਿਹਦੀ ਪੂਜਾ ਕਰੋਗੇ? ਤੁਸੀਂ ਤਾਂ 1 ਸਾਲ ਹੀ ਭੇਜ ਦਿੱਤਾ।
ਇਸ ਕਰਕੇ ਵਿਸਰਜਨ ਨਾ ਕਰਿਆ ਕਰੋ ਇਹਨਾਂ ਨੂੰ। ਆਪਣੇ ਜਿੱਥੇ ਵੀ ਤੁਸੀਂ ਆਰਾਧਨਾ ਕਰਦੇ ਹੋ ਸਥਾਪਨਾ ਕਰਿਆ ਕਰੋ ਇਹਨਾਂ ਦੀ। ਕਿ ਆਪਾਂ ਨੂੰ ਸਿਰਫ 10 ਦਿਨ ਤੱਕ ਮਤਲਬ ਆ ਕਿ ਅਸੀਂ 10 ਦਿਨ ਹੀ ਭਗਤੀ ਕਰਨੀ ਆ? ਬਾਕੀ ਸਹੀ ਗੱਲ, ਸਿਆਣੇ ਕਹਿੰਦੇ ਆ ਪ੍ਰਾਹੁਣਾ 2 ਜਾਂ 4 ਦਿਨ ਦਾ ਹੁੰਦਾ, ਮਹੀਨੇ ਦਾ ਪ੍ਰਾਹੁਣਾ ਨਹੀਂ ਹੁੰਦਾ। ਅੱਜ ਕਹਾਵਤ ਉਹ ਸੱਚ ਹੋ ਰਹੀ ਹੈ। ਅਸੀਂ ਪ੍ਰਭੂ ਨੂੰ ਇੰਨੀ ਆਰਾਧਨਾ ਕਰਦੇ ਹਾਂ, ਇੰਨੀ ਭਗਤੀ ਕਰਦੇ ਹਾਂ, ਰਾਤ ਦਿਨ ਅਸੀਂ ਉਹਦਾ ਕੀਰਤਨ ਕਰ ਰਹੇ ਹਾਂ, ਰਾਤ ਦਿਨ ਉਹਦੀਆਂ ਆਰਤੀਆਂ ਕਰ ਰਹੇ ਹਾਂ। ਫਿਰ ਅਸੀਂ ਉਹਨੂੰ ਕਿੱਦਾਂ ਹੀ ਛੱਡ ਦਿੰਦੇ ਹਾਂ? ਕਿੱਦਾਂ ਕਹਿ ਦਿੰਦੇ ਹਾਂ ਕਿ ਪ੍ਰਭੂ ਜਾਓ ਆਪਣੇ ਘਰ ਵਿਰਾਜਮਾਨ ਹੋ, ਤੁਸੀਂ ਸਾਲ ਬਾਅਦ ਆਉਣਾ, ਅਗਲੇ ਸਾਲ ਮੇਰੇ ਘਰ ਆਉਣਾ? ਕਿਸ ਤਰ੍ਹਾਂ ਕਹਿ ਦਿੰਦੇ ਹੋ? ਜੇ ਦਾਸ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ, ਮੈਂ ਤਾਂ ਕਦੇ ਵੀ ਨਾ ਜਾਣ ਦੇਣਾ ਪ੍ਰਭੂ ਨੂੰ। ਮੈਂ ਤਾਂ ਪ੍ਰਭੂ ਨੂੰ ਕਦੇ ਵੀ ਨਾ ਜਾਣ ਦੇਵਾਂ ਆਪਣੇ ਘਰੋਂ। ਮੈਂ ਤਾਂ ਉਹਨਾਂ ਦੇ ਪੈਰ ਫੜ ਕੇ ਬੈਠ ਜਾਵਾਂ ਕਿ ਪ੍ਰਭੂ ਨਹੀਂ ਜਾਣਾ। ਅਸੀਂ ਕਿਸ ਤਰ੍ਹਾਂ ਕਹਿ ਦਿੰਦੇ ਹਾਂ ਕਿ ਪ੍ਰਭੂ ਵਿਸਰਜਨ ਕਰ ਦਿੱਤਾ, ਅਸੀਂ ਵਿਸਰਜਨ ਕਰਨ ਜਾਣਾ, ਕਿ ਜਾਓ ਅਗਲੇ ਸਾਲ ਆਉਣਾ? ਕਿਸ ਤਰ੍ਹਾਂ ਕਹਿ ਰਹੇ ਹਾਂ ਅਸੀਂ? ਮਤਲਬ ਅਸੀਂ ਸਵਾਰਥ ਹੋ ਗਏ ਨਾ, ਸਾਨੂੰ ਮਤਲਬ ਹੋ ਗਿਆ ਹੈ ਨਾ, ਕਿ ਸਾਨੂੰ ਧਨ ਦੌਲਤ ਦੇ ਦਿਓ, ਸਾਨੂੰ ਰਿੱਧੀ ਸਿੱਧੀਆਂ ਦੇ ਦਿਓ, ਸਾਨੂੰ ਐਸ਼ੋ ਆਰਾਮ ਦੇ ਦਿਓ, ਸਾਨੂੰ ਦੁੱਧ ਪੁੱਤ ਦੇ ਦਿਓ, ਸਾਡੇ ਕਾਰੋਬਾਰ ਚਲਾ ਦਿਓ, ਸਾਡੇ ਸਾਰੇ ਕਸ਼ਟ ਹਰ ਲਓ। ਬਸ ਇਹੀ ਕੰਮਾਂ ਲਈ ਅਸੀਂ ਆਰਾਧਨਾ ਕਰਦੇ ਹਾਂ। ਕਿ ਅਸੀਂ ਪ੍ਰਭੂ ਨੂੰ ਮਿਲਣਾ ਨਹੀਂ ਚਾਹੁੰਦੇ? ਕਿ ਅਸੀਂ ਪ੍ਰਭੂ ਨੂੰ ਪਾਉਣ ਵਾਸਤੇ ਭਗਤੀ ਨਹੀਂ ਕਰਦੇ? ਕਿ ਅਸੀਂ ਗਣੇਸ਼ ਭਗਵਾਨ ਨੂੰ ਮਿਲਣ ਵਾਸਤੇ ਭਗਤੀ ਨਹੀਂ ਕਰਦੇ? ਇਹ ਤਿਉਹਾਰ ਮਹਾਰਾਸ਼ਟਰ ਦੇ ਤਿਉਹਾਰ ਨੇ। ਉੱਥੇ ਪ੍ਰਭੂ ਰਹੇ ਨੇ, ਹਫ਼ਤਾ ਰਹਿ ਕੇ ਗਏ ਸੀ ਗਣੇਸ਼ ਭਗਵਾਨ, ਉੱਥੇ ਸੇਵਾ ਕੀਤੀ ਗਈ। ਪਰ ਹੌਲੀ ਹੌਲੀ ਭੀੜ ਚਾਲਾ ਦੁਨੀਆ ਹਰ ਪਾਸੇ ਅੱਜ ਵੀ ਘਰ ਘਰ ਅੱਜ ਗਣੇਸ਼ ਭਗਵਾਨ ਦੀ ਉਸ ਤੋਂ ਮਨਾਇਆ ਜਾ ਰਿਹਾ। ਪਰ 10 ਦਿਨ ਬਾਅਦ ਵਿਸਰਜਨ ਕੀਤਾ ਹੈ। ਵਿਸਰਜਨ ਨਹੀਂ ਕਰਨਾ ਚਾਹੀਦਾ। ਮੇਰੇ ਕੋਲ ਪ੍ਰਭੂ ਆਓਗੇ, ਮੇਰੀ ਕੁਟੀਆ ਦੇ ਵਿੱਚ ਗਣੇਸ਼ ਭਗਵਾਨ ਵਿਰਾਜਮਾਨ ਨੇ। ਮੈਂ ਨਹੀਂ ਕਦੇ ਕਹਿੰਦਾ ਕਿ ਜਾਓ ਤੁਸੀਂ, ਮੈਂ ਤਾਂ ਹਮੇਸ਼ਾ ਕਹਿੰਦਾ ਇੱਥੇ ਰਹੋ। ਮੈਂ ਆਪਣੇ ਲਾਲਾ ਵਾਲੇ ਪੀਰ ਦੀ ਸੇਵਾ ਕਰਦਾ, ਮੈਂ ਉਹਨਾਂ ਨੂੰ ਕਹਿੰਦਾ ਹਮੇਸ਼ਾ ਰਹੋ। ਮੈਂ ਕਿੱਦਾਂ ਕਹਿ ਦੂੰ ਜਾਣ ਲਈ? ਕਿਉਂਕਿ ਮੈਂ ਉਹਨਾਂ ਨੂੰ ਪ੍ਰੇਮ ਕਰਦਾ, ਉਹਨਾਂ ਨਾਲ ਪਿਆਰ ਕਰਦਾ, ਮੇਰਾ ਸਭ ਕੁਝ ਹੋਇਆ। ਮਹਾਮਾਈ ਵਿਰਾਜਮਾਨ ਆ, ਮੈਂ ਕਦੇ ਨਹੀਂ ਕਿਹਾ ਮਾਂ ਨਾ ਜਾਓ ਮਤਾ ਕਿਤੇ ਉੱਥੇ ਜਾਓ। ਮੈਂ ਤਾਂ ਹਮੇਸ਼ਾ ਕਹਿੰਦਾ ਹਰ ਟਾਈਮ ਇੱਥੇ ਹਾਜ਼ਰ ਨਾਜ਼ਰ ਹੋ। ਅਸੀਂ ਕਿਸ ਤਰ੍ਹਾਂ ਕਹਿੰਦੇ ਸਾਲ ਪਰ ਤੁਸੀਂ ਚਲੇ ਜਾਓ, ਅਗਲੇ ਸਾਲ ਮੇਰੇ ਘਰ ਆਣਾ? ਫਿਰ ਬਾਕੀ ਤਿਉਹਾਰ ਤੁਸੀਂ ਕਿੱਦਾਂ ਮਨਾਓਗੇ? ਲక్ష్ਮੀ ਦੀ ਪੂਜਾ ਕਿੱਦਾਂ ਕਰੋਗੇ? ਦੀਵਾਲੀ ਨੂੰ ਤੁਸੀਂ ਨਵਰਾਤਰੀ ਕਿਸ ਤਰ੍ਹਾਂ ਮਨਾਓਗੇ? ਜੇ 1 ਸਾਲ ਹੀ ਤੁਸੀਂ ਛੁੱਟੀ 'ਤੇ ਭੇਜ ਦਿੱਤਾ ਪ੍ਰਭੂ ਨੂੰ। ਬੜੀ ਸਮਝਣ ਵਾਲੀ ਗੱਲਾਂ, ਛੋਟੀ ਛੋਟੀ ਗੱਲਾਂ ਹੁੰਦੀਆਂ, ਬੜੀ ਸਮਝਣ ਵਾਲੀ ਗੱਲਾਂ ਹੁੰਦੀਆਂ। ਅਸੀਂ ਜੋ ਕਰਨਾ ਸੀ ਉਹ ਕਰਦੇ ਨਹੀਂ ਪਏ। ਅਸੀਂ ਦੁਨਿਆਵੀ ਰੰਗ ਚਾੜੀ ਜਾ ਰਹੇ ਆਪਣੇ ਉੱਤੇ। ਬਾਹਰੋਂ ਧਿਆਨ ਹਟਾ ਕੇ, ਬਾਹਰੋਂ ਖਿਆਲ ਆ ਕੇ ਆਪਣੇ ਅੰਤਰ ਵੀ ਜੋੜਨ ਦੀ ਕੋਸ਼ਿਸ਼ ਕਰੋ। ਗਣੇਸ਼ ਭਗਵਾਨ ਤੁਹਾਨੂੰ ਅੰਤਰ ਵੀ ਦਰਸ਼ਨ ਦੇਣਗੇ। ਤੁਸੀਂ ਬਾਹਰ ਉਹਦੀ ਸਥਾਪਨਾ ਕਰਦੇ ਹੋ, ਅੱਛੀ ਗੱਲ ਆ। ਉਹਦੀ ਪੂਜਾ ਕਰਦੇ ਹੋ, ਅੱਛੀ ਗੱਲ ਆ। ਸਵੇਰੇ ਸ਼ਾਮ ਆਰਤੀ ਕਰਦੇ ਹੋ, ਬਹੁਤ ਵਧੀਆ ਗੱਲ ਆ। ਰਾਤ ਦਿਨ ਕੀਰਤਨ ਕਰਦੇ ਹੋ, ਬਹੁਤ ਵਧੀਆ ਗੱਲ ਆ। ਪਰ ਉਹਨੂੰ ਜਾਣ ਲਈ ਤੁਸੀਂ ਕਿਸ ਤਰ੍ਹਾਂ ਕਹਿ ਦਿੰਦੇ ਹੋ? ਕਿਉਂ ਤੁਸੀਂ ਉਹਨੂੰ ਆਪਣੇ ਘਰੋਂ ਭੇਜਦੇ ਹੋ ਬਾਹਰ? ਕੀ ਤੁਸੀਂ ਉਹ ਸੇਵਾ ਨਹੀਂ ਕਰ ਸਕਦੇ? ਕੀ 2 ਫੁਲਕੇ ਨਹੀਂ ਖਵਾ ਸਕਦੇ ਉਹਨਾਂ ਨੂੰ? ਮੇਰੇ ਕੋਲ ਭਗਵਾਨ ਹੋ, ਮੈਂ ਤਾਂ ਹਮੇਸ਼ਾ ਪੈਰ ਫੜ ਕੇ ਬੈਠ ਜਾਵਾਂ, ਮੈਂ ਤੁਹਾਨੂੰ ਜਾਣ ਹੀ ਨਾ ਦੇਵਾਂ ਕਿਤੇ। ਸਹੀ ਰਸਤਾ ਬਣਾ ਲਓ ਆਪਣਾ, ਜੇ ਅਸਲੀ ਆਨੰਦ ਲੈਣਾ। ਪ੍ਰਭੂ ਆ ਸੰਸਾਰ ਚਲਾ ਰਹੇ ਨੇ, ਗਣੇਸ਼ ਭਗਵਾਨ ਰਿੱਧੀ ਸਿੱਧੀਆਂ ਦੇ ਮਾਲਕ। ਕਿਸ ਤਰ੍ਹਾਂ ਤੁਸੀਂ ਉਹਦਾ ਵਿਸਰਜਨ ਕਰ ਦਿੰਦੇ ਹੋ? ਕਿਸ ਤਰ੍ਹਾਂ ਤੁਸੀਂ ਕਹਿ ਦਿੰਦੇ ਹੋ ਕਿ 1 ਸਾਲ ਬਾਅਦ ਆਉਣਾ, ਅਗਲੇ ਵਰਸ ਮੇਰੇ ਘਰ ਆਉਣਾ ਪ੍ਰਭੂ? ਨਹੀਂ, ਤੁਸੀਂ ਉਹਦੀ ਪ੍ਰੇਮ ਕਰੋ, ਨਾ ਪਿਆਰ ਕਰੋ। ਪ੍ਰਭੂ ਨਹੀਂ ਇੱਥੇ ਹਰ ਟਾਈਮ ਤੁਸੀਂ ਇੱਥੇ ਵਿਰਾਜਮਾਨ ਰਹੋ। ਜੋ ਤੁਸੀਂ ਖਾਣੇ ਉਹਨੂੰ ਭੋਗ ਲਵਾਓ, ਉਹਦੇ ਚਰਨਾਂ 'ਚ ਬੈਠੋ, ਨਾ ਗੱਲਾਂ ਬਾਤਾਂ ਕਰੋ। ਇਸ ਤਰ੍ਹਾਂ ਦੀ ਬੰਦਗੀ ਹੋਣੀ ਚਾਹੀਦੀ, ਇਸ ਤਰ੍ਹਾਂ ਦੀ ਭਗਤੀ ਹੋਣੀ ਚਾਹੀਦੀ ਆ। ਭਾਗੀਰਥੀ ਵਰਗੀ ਭਗਤੀ ਹੋਣੀ ਚਾਹੀਦੀ ਆ, ਜਿਹਨੇ ਆਪਣੇ ਕਮੰਡਲ ਵਿੱਚ ਗੰਗਾ ਲੈ ਆਂਦੀ। ਪ੍ਰਹਲਾਦ ਭਗਤ ਵਾਂਗੂ ਭਗਤੀ ਹੋਣੀ ਚਾਹੀਦੀ ਹੈ। ਆਪਣੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਅਸੀਂ ਰਾਤ ਦਿਨ ਟੱਪੀ ਜਾ ਰਹੇ, ਨੱਚੀ ਜਾ ਰਹੇ, ਟੱਪੀ ਜਾ ਰਹੇ, ਪਰ ਕਦੇ ਤਾਂ ਰੁਕਣਾ ਪੈਣਾ ਹੀ ਆ। ਅੰਤਰ ਵਿੱਚ ਆ ਜਾਓ, ਖਿਆਲ ਹਟਾ ਲਓ, ਬਾਹਰੋਂ ਧਿਆਨ ਹਟਾ ਕੇ ਅੰਤਰ ਵੀ ਜੋੜ ਲਓ ਆਪਣੇ। ਇਕਾਗਰ ਹੋ ਕੇ ਬੈਠ ਜਾਓ।
ਪ੍ਰਭੂ ਨੂੰ ਆਪਣੇ ਅੰਤਰ ਵਿੱਚ ਦੇਖਣ ਦੀ ਕੋਸ਼ਿਸ਼ ਕਰੋ। ਪ੍ਰਭੂ ਨੂੰ ਆਪਣੇ ਅੰਤਰ ਵਿੱਚ ਵਿਰਾਜਮਾਨ ਕਰੋ। ਉਹਦੇ ਨਾਲ ਗੱਲਾਂ ਕਰੋ, ਪ੍ਰੇਮ ਕਰੋ। ਪ੍ਰਭੂ ਨੂੰ ਕਹਿਣਾ, ਹਟ ਹਮੇਸ਼ਾ ਤੇ ਹਾਜ਼ਰ ਨਾਜ਼ਰ ਰਹਿਣਾ, ਹਮੇਸ਼ਾ ਤੇ ਵਿਰਾਜਮਾਨ ਰਹਿਣਾ। ਇਹੋ ਜਿਹੀ ਭਗਤੀ ਕਰੋ, ਇਹੋ ਜਿਹੀ ਬੰਦਗੀ ਕਰੋ। 24 ਘੰਟੇ ਦਸਵੰਧ ਬੰਦਾ 2.5 ਘੰਟੇ ਰੋਜ਼ ਪੰਛੀ ਦਾ ਅਭਿਆਸ ਕਰੋ। ਸਾਰੇ ਦੁੱਖਾਂ ਦੀ ਦਵਾਈ ਸਿਮਰਨ। ਤੁਹਾਡੇ ਹਰ ਸਵਾਲ ਦਾ ਜਵਾਬ ਭਜਨ ਸਿਮਰਨ ਵਿੱਚ ਆ। ਜਦੋਂ ਅਸੀਂ ਆਰਾਧਨਾ ਕਰਦੇ ਹਾਂ, ਜਦੋਂ ਅਸੀਂ ਭਗਤੀ ਕਰਦੇ ਹਾਂ, ਬੰਦਗੀ ਕਰਦੇ ਹਾਂ, ਅਭਿਆਸ ਕਰਦੇ ਹਾਂ, ਧਿਆਨ ਦੇ ਗਰਭ ਵਿੱਚ ਜੋ ਮਿਲਣਾ ਮਿਲਣਾ ਸਭ ਕੁਛ। ਜੋ ਅਸੀਂ ਧਿਆਨ ਲਗਾਉਂਦੇ ਹਾਂ ਤਾਂ ਪਹਿਲਾ ਚੱਕਰ, ਗੁੱਦਾ ਚੱਕਰ ਗਣੇਸ਼ ਭਗਵਾਨ ਦਾ ਆ, ਉਹ ਖੁੱਲ੍ਹਣਾ ਸ਼ੁਰੂ ਹੁੰਦਾ ਆ। ਉੱਥੇ ਗਣੇਸ਼ ਭਗਵਾਨ ਦਰਸ਼ਨ ਦੀਦਾਰ ਹੁੰਦੇ ਨੇ। ਜੋ ਬਾਹਰ ਆਏ ਅੰਦਰ ਹੀ ਸਾਡੇ ਆ, ਅੰਤਰ ਵਿੱਚ ਉਹਨੂੰ ਦੇਖਣ ਦੀ ਕੋਸ਼ਿਸ਼ ਕਰੋ। ਗਣੇਸ਼ ਭਗਵਾਨ ਰਿੱਧੀ ਸਿੱਧਿਆ ਦਾ ਮਾਲਕ ਆ, ਦੁੱਖ ਹਰਨ ਵਾਲੇ ਆ, ਕਸ਼ਟ ਦੂਰ ਕਰਨ ਵਾਲੇ ਆ, ਪਰ ਸਹੀ ਤਰੀਕੇ ਉਹਦੀ ਬੰਦਗੀ ਕਰੋ। ਉਹਨੂੰ ਆਪਣੇ ਘਰ 'ਚ ਵਿਰਾਜਮਾਨ ਕਰ ਲਓ। ਹੁਣ ਕਿਤੇ ਨਹੀਂ ਜਾਣ ਦਿਓ ਕਿ ਪ੍ਰਭੂ ਇੱਥੇ ਹਰ ਟਾਈਮ ਹਾਜ਼ਰ ਨਾਜ਼ਰ ਹੋ। ਜੇ ਪ੍ਰਭੂ ਨਾਲ ਆ, ਪ੍ਰਮਾਤਮਾ ਨਾਲ ਆ, ਤਾਂ ਸਾਡੇ ਸਾਰੇ ਕਾਜ ਆਪ ਹੀ ਹੋਈ ਜਾਣੇ। ਦੁਨੀਆ ਦਾ ਧਨ ਦੌਲਤ ਐਸ਼ੋ ਆਰਾਮ ਸਭ ਆਪਣੇ ਆਪ ਨੂੰ ਮਿਲ ਜਾਣਾ। ਛੋਟੀ ਛੋਟੀ ਗੱਲਾਂ ਇਹ ਸਮਝਣ ਦੀ ਕੋਸ਼ਿਸ਼ ਕਰੋ। ਛੋਟੀ ਛੋਟੀ ਗੱਲਾਂ ਨੇ ਹੀ ਤੁਹਾਡਾ ਜੀਵਨ ਬਦਲ ਜਾਣਾ ਆ। ਅੱਜ ਸਾਰਾ ਸੰਸਾਰ ਗਣੇਸ਼ ਭਗਵਾਨ ਦੀ ਬੰਦਗੀ ਕਰ ਰਿਹਾ, ਗਣੇਸ਼ ਉਸ ਤੋਂ ਮਨਾ ਰਿਹਾ। ਬਹੁਤ ਵਧੀਆ ਗੱਲ, ਕਰਨਾ ਵੀ ਚਾਹੀਦਾ। ਪਰ ਇੱਕ ਜੇ ਉਹਨੂੰ ਘਰ ਬੁਲਾ ਕੇ ਆਪਾਂ ਕਿਸੇ ਪ੍ਰਭੂ ਦੀ ਆਰਾਧਨਾ ਕਰਦੇ, ਉਹਨੂੰ ਘਰੇ ਬੁਲਾਉਂਦੇ ਹਾਂ, ਉਹਨੂੰ ਹਰ ਟਾਈਮ 24 ਘੰਟੇ ਯਾਦ ਕਰਦੇ ਹਾਂ। ਜਦੋਂ ਉਹ ਆਉਂਦਾ ਤਾਂ ਅਸੀਂ ਉਹਨੂੰ ਕਹਿੰਦੇ ਹਾਂ ਕਿ ਨਹੀਂ ਨਹੀਂ ਤੂੰ ਆਈ ਨਾ। ਫਿਰ ਦਰਵਾਜ਼ੇ ਬੰਦ ਕਰ ਲੈਣੇ ਸੀ ਆਪਣੇ ਘਰਾਂ ਦੇ। ਰੋਜ਼ ਧੂਪ ਬੱਤੀ ਕਰਦੇ ਹਾਂ, ਜੋਤ ਜਗਾਉਂਦੇ ਹਾਂ। ਜਿਹਦੀ ਜੋਤ ਜਗਾਉਂਦੇ ਹਾਂ, ਜਿਹਦਾ ਧੂਪ ਬੱਤੀ ਕਰਦੇ ਹਾਂ, ਜਿਹਦੇ ਅਸੀਂ ਚਿਰਾਗ ਲਗਾਉਂਦੇ ਹਾਂ, ਜਿਹਦਾ ਅਸੀਂ ਸਿਮਰਨ ਕਰਦੇ ਹਾਂ, ਜਦੋਂ ਉਹ ਆਉਂਦਾ ਆ ਫਿਰ ਤੁਸੀਂ ਆਪਣੇ ਦਰਵਾਜ਼ੇ ਬੰਦ ਕਰ ਦਿੰਦੇ ਆ। ਫਿਰ ਤੁਸੀਂ ਬਹਿੰਦੇ ਨਹੀਂ ਡਰਦੇ ਮਾਰੇ। ਕਿਉਂ ਤੁਹਾਨੂੰ ਡਰ ਲੱਗਦਾ ਉਹਨਾਂ ਤੋਂ? ਸਵੇਰੇ ਸ਼ਾਮ ਤੁਸੀਂ ਆਰਤੀਆਂ ਕਰਦੇ ਹੋ ਉਹਦੀਆਂ, ਜਦੋਂ ਆਉਂਦਾ ਫਿਰ ਡਰਨ ਕਿਉਂ ਲੱਗ ਜਾਂਦੇ ਆ? ਸਿਰਫ ਤੁਹਾਨੂੰ ਆਉਣਾ ਜ਼ਰੂਰਤਾਂ ਦਾ ਕੀ ਮਤਲਬ ਆ? ਆਪਣੇ ਤੁਹਾਨੂੰ ਇੱਛਾਵਾਂ ਦਾ ਕੀ ਮਤਲਬ ਆ ਆਪਣੇ ਪ੍ਰਭੂ ਨਾਲ? ਜੇ ਪ੍ਰਭੂ ਹੀ ਤੁਹਾਨੂੰ ਮਿਲ ਜਾਵੇ, ਹੋਰ ਉਸ ਤੋਂ ਉੱਪਰ ਕੀ ਚਾਹੀਦਾ? ਸੱਚੀ ਭਗਤੀ ਕਰੋ, ਅਸਲੀ ਭਗਤੀ ਕਰੋ ਜਿਹੜੀ ਕਰਨ ਵਾਲੀ ਹੈ। ਦਿਖਾਵੇਬਾਜ਼ੀ ਨਾ ਕਰੋ। ਇਕਾਗਰ ਹੋ ਕੇ ਬੈਠ ਜਾਓ, ਬਾਹਰੋਂ ਧਿਆਨ ਹਟਾ ਕੇ ਆਪਣੇ ਅੰਤਰ ਵਿੱਚ ਜੋੜ ਲਓ। ਜਿਹਨੂੰ ਵੀ ਪਰਮਾਤਮਾ ਮਿਲਿਆ ਆਪਣੇ ਅੰਤਰ ਵਿੱਚ ਮਿਲਿਆ। ਬਾਹਰ ਜੋ ਵੀ ਕੁਛ ਹੋ ਰਿਹਾ, ਜੁੜਨ ਦੇ ਤਰੀਕੇ ਆ, ਬੰਦਗੀ ਕਰਨ ਦੇ ਤਰੀਕੇ ਆ, ਪ੍ਰਭੂ ਦੇ ਰਸਤੇ ਜਾਣ ਦਾ ਤਰੀਕਾ, ਪ੍ਰਭੂ ਦੇ ਘਰ ਤੱਕ ਪਹੁੰਚਣ ਦਾ ਤਰੀਕਾ। ਪਰ ਮੰਜ਼ਿਲ ਕਿੱਥੇ? ਤੁਹਾਡੇ ਅੰਤਰ ਵਿੱਚ। ਆ ਜਾਓ, ਆ ਜਾਓ ਬਸ ਇੱਥੇ। ਅਸੀਂ ਤਾਂ ਕਹਿੰਦੇ ਹਾਂ ਕਿ ਪ੍ਰਭੂ ਆਵੇ, ਕੋਈ ਕਿਸੇ ਦੇਵੀ ਦੇ ਤੇ ਦਰਸ਼ਨ ਹੋਣ, ਕਿਸੇ ਪੀਰ ਫਕੀਰ ਦੇ ਦਰਸ਼ਨ ਹੋਣ, ਸੰਤਾਂ ਮਹਾਂਪੁਰਸ਼ ਦੇ ਦਰਸ਼ਨ ਹੋਣ। ਜੇ ਮੇਰੇ ਕੋਲ ਪ੍ਰਭੂ ਆਊਂਗਾ, ਮੈਂ ਤਾਂ ਹਮੇਸ਼ਾ ਪੈਰ ਫੜ ਕੇ ਬੈਠ ਜਾਊਂਗਾ। ਮੈਂ ਉਹਨੂੰ ਜਾਣ ਨਹੀਂ ਦਊਂਗਾ ਕਦੇ ਵੀ। ਮੈਂ ਨਹੀਂ ਕਹੂੰਗਾ ਕਿ ਅਗਲੇ ਸਾਲ ਆਉਣਾ ਤੁਸੀਂ। ਮੈਂ ਹਮੇਸ਼ਾ ਚਰਨ ਫੜ ਕੇ, ਪੈਰ ਫੜ ਕੇ ਬੈਠ ਜਾਊਂਗਾ ਉਹਨਾਂ ਕੋਲ। ਕੀ ਤੁਸੀਂ ਨਹੀਂ ਚਾਹੁੰਦੇ ਕਿ ਪ੍ਰਭੂ ਤੁਹਾਡੇ ਕੋਲ ਹਰ ਟਾਈਮ ਰਹੇ, ਗਣੇਸ਼ ਭਗਵਾਨ ਤੁਹਾਡੇ ਕੋਲ ਹਰ ਟਾਈਮ ਰਹਿਣ? ਕਿ ਤੁਸੀਂ ਕਹੋਗੇ ਜਾਓ ਵੀ? ਨਹੀਂ, ਤੁਸੀਂ ਪ੍ਰੇਮ ਕਰੋ ਉਸਨੂੰ। ਜਿੱਥੇ ਸਥਾਪਨਾ ਕਰੀ ਉੱਥੇ ਰਹਿਣ ਦਿਓ। ਇਹੋ ਜਿਹਾ ਆਪਣਾ ਜੀਵਨ ਬਣਾ ਲਓ। ਭੇਡ ਚਾਲ ਨਾ ਬਣੋ। ਇਹ ਤਿਉਹਾਰ ਕਿਤੇ ਹੋਰ ਸੀ, ਮਨਾਏ ਕਿਤੇ ਹੋਰ ਜਾ ਰਹੇ ਆ। ਇੱਕ ਦੂਜੇ ਵੱਲ ਦੇਖਿਓ ਦੇਖੀ ਕਰੀ ਜਾ ਰਹੇ ਆ। ਲੱਡੂ ਗੋਪਾਲ ਜੀ ਸੇਵਾ ਕਰਦੇ ਆ, ਵਧੀਆ ਗੱਲ ਕਰਨੀ ਚਾਹੀਦੀ ਆ, ਪਰ ਉਹ ਵੀ ਘਰ ਘਰ ਲੱਡੂ ਗੋਪਾਲ ਹੋਣ ਲੱਗ ਗਏ। ਹੁਣ ਵਿਆਹ ਸ਼ਾਦੀਆਂ ਲਈ ਨਾਲ ਨਾਲ ਘੁੰਮਦੇ ਆ। ਅਸੀਂ ਇੱਕ ਫੰਕਸ਼ਨ ਦੇ ਵਿੱਚ ਗਿਆ, ਮੈਰਿਜ ਦੇ, ਲੱਡੂ ਗੋਪਾਲ ਜੀ ਹੱਥ 'ਚ ਫੜੇ ਹੋਏ। ਲੋ ਭਾਈ ਭੈਣ ਮੇਰੀ ਆ ਫੜੀ ਲੱਡੂ ਗੋਪਾਲ ਜੀ, ਮੈਂ ਬਾਥਰੂਮ ਜਾਣਾ। ਬਾਥਰੂਮ ਦਾ ਫੇਰ ਫੜਿਆ, ਚਲੋ ਜੀ। ਰਸਤੇ ਮਿੱਟੀ ਘੱਟਾ ਧੂੜ ਕੋਟ। ਪ੍ਰਭੂ ਆਪਣੇ ਮੰਦਰਾਂ ਸੋਹਣੇ ਲੱਗਦੇ ਨੇ, ਆਪਣੇ ਸਥਾਨ 'ਤੇ ਸੋਹਣੇ ਲੱਗਦੇ ਨੇ।
ਫਿਰ ਜੇ ਸਿਰ ਤੇ ਆਉਂਦੇ ਨੇ, ਸਰੀਰ ਖੇਲਦਾ, ਫਿਰ ਅਸੀਂ ਡਰਦੇ ਹਾਂ। ਕੋਈ ਕਿਤੇ ਰੱਖਿਆ ਲੱਡੂ ਗੋਪਾਲ ਨੂੰ, ਕੋਈ ਕਿਤੇ ਲੈ ਰਿਹਾ, ਕੋਈ ਬੱਸਾਂ 'ਚ ਘੁਮਾ ਰਿਹਾ, ਕੋਈ ਕਿਤੇ ਕਰ। ਇਹ ਪ੍ਰਭੂ ਜਿੱਥੇ ਹੈ ਸਥਾਨ, ਉੱਥੇ ਚੰਗਾ ਲੱਗਦਾ ਆ। ਇਹਨੂੰ ਉੱਥੇ ਹੀ ਰਹਿਣ ਦਿਓ। ਬੰਦਗੀ ਤਰੀਕੇ ਕਰਨ ਗਲਤ ਹੋ ਗਏ, ਭਗਤੀ ਕਰਨ ਦੇ ਤਰੀਕੇ ਗਲਤ ਹੋ ਗਏ ਆ। ਜੋ ਕਰਨਾ ਸੀ ਅਸੀਂ ਉਹ ਕਰਦੇ ਨਹੀਂ, ਇਸ ਕਰਕੇ ਇਨਸਾਨ ਸਾਰੇ ਦੁਖੀ ਆ। ਅਸੀਂ ਸ਼ਾਰਟਕਟ ਰਸਤੇ ਅਪਣਾ ਰਹੇ ਹਾਂ, ਵਿਧੀ ਵਿਧਾਨ ਸਭ ਭੁੱਲ ਗਏ ਅਸੀਂ। ਭਗਤੀ ਕਿੱਦਾਂ ਕਰਨੀ ਸੀ ਭੁੱਲ ਗਏ ਅਸੀਂ। ਬਨਾਵਟੀ ਬਾਹਲੇ ਭਗਤੀਆਂ ਕਰੀ ਜਾ ਰਹੇ ਹਾਂ ਅਸੀਂ। ਪ੍ਰਭੂ ਦਾ ਪ੍ਰੇਮ ਦਾ ਭੁੱਖਾ ਆ, ਉਹਨੂੰ ਪ੍ਰੇਮ ਚਾਹੀਦਾ ਤੁਹਾਡਾ। ਲੱਡੂ ਗੋਪਾਲ ਜੀ ਨੂੰ ਆਪਣੇ ਸਥਾਨ ਤੇ ਰਹਿਣ ਦਿਆ ਕਰੋ। ਮੰਦਰਾਂ ਸੋਹਣੇ ਲੱਗਦੇ ਨੇ, ਆਪਣੇ ਸਥਾਨ ਤੇ ਸੋਹਣੇ ਲੱਗਦੇ ਨੇ। ਅਸੀਂ ਨਾਲ ਨਾਲ ਘੁਮਾਈ ਫਿਰਦੇ ਹਾਂ, ਕਦੇ ਕਿਤੇ ਲੈ ਗਏ, ਕਦੇ ਕਿਤੇ ਲੈ ਗਏ। ਸਥਾਨ ਦੇਖਿਆ ਕਰੋ। ਗੰਦੀ ਗੰਦੀ ਜਗ੍ਹਾ ਤੇ ਹੀ ਲੈ ਕੇ ਜਾਂਦੇ ਨਾਲ ਅਸੀਂ। ਜਿੱਦਣ ਤੁਹਾਨੂੰ ਪ੍ਰਭੂ ਨੇ ਘੁਮਾਇਆ ਨਾ, ਤਾਂ ਕਿਸੇ ਛਡਾਉਣਾ ਨਹੀਂ ਹੈਗਾ ਤੁਹਾਨੂੰ। ਸਹੀ ਤਰੀਕੇ ਪ੍ਰਭੂ ਦੀ ਬੰਦਗੀ ਕਰੋ, ਭਗਤੀ ਕਰੋ। ਅੱਜ ਗਣੇਸ਼ ਸਥਾਪਨਾ ਕੀਤੀ ਆ, ਉਹਨੂੰ ਉੱਥੇ ਵਿਰਾਜਮਾਨ ਰਹਿਣ ਦਿਓ। ਰੋਜ਼ ਪੂਜਾ ਕਰੋ, ਸਵੇਰੇ ਸ਼ਾਮ ਪੂਜਾ ਕਰੋ, ਸਵੇਰੇ ਸ਼ਾਮ ਆਰਤੀਆਂ ਕਰੋ, ਸਵੇਰੇ ਸ਼ਾਮ ਕੀਰਤਨ ਕਰੋ। ਆਪਣੇ ਅੰਤਰ ਵੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰੋ, ਉਸ ਨੂੰ ਅੰਤਰ ਵੀ ਦੇਖਣ ਦੀ ਕੋਸ਼ਿਸ਼ ਕਰੋ, ਉਹਨਾਂ ਗੱਲਾਂ ਕਰਨ ਦੀ ਕੋਸ਼ਿਸ਼ ਕਰੋ। ਕਿ ਤੁਹਾਡਾ ਦਿਲ ਨਹੀਂ ਕਰਦਾ ਮੈਂ ਪ੍ਰਭੂ ਨਾਲ ਗੱਲਾਂ ਕਰਾਂ, ਮੈਂ ਗਣੇਸ਼ ਭਗਵਾਨ ਨਾਲ ਗੱਲਾਂ ਕਰਾਂ? ਕੋਸ਼ਿਸ਼ ਤਾਂ ਕਰੋ ਉਹਨੂੰ ਮਿਲਣ ਦੀ, ਉਹਨੂੰ ਦੇਖਣ ਦੀ, ਉਹਨਾਂ ਗੱਲਾਂ ਕਰਨ ਦੀ। ਇਹੋ ਜਿਹੀਆਂ ਭਗਤੀਆਂ ਹੋਣੀ ਚਾਹੀਦੀਆਂ। ਜਿਹਨੂੰ ਕਦੇ ਦੇਖਿਆ ਹੀ ਨਹੀਂ, ਜਿਹਨੂੰ ਕਦੇ ਮਿਲੇ ਨਹੀਂ, ਉਹਦੀ ਭਗਤੀ ਕਿੱਦਾਂ ਹੋ ਸਕਦੀ ਹੈ? ਉਹਦੀ ਬੰਦਗੀ ਕਿੱਦਾਂ ਹੋ ਸਕਦੀ ਹੈ? ਜੇ ਕਿਸੇ ਦਾ ਐਡਰੈਸ ਹੀ ਨਾ ਹੋਵੇ, ਆਪਣੇ ਚਿੱਠੀ 'ਤੇ ਲਿਖਿਆ ਨਾ ਹੋਵੇ, ਜੇ ਪਤਾ ਹੀ ਨਾ ਲਿਖਿਆ ਹੋਵੇ, ਚਿੱਠੀ ਕਿੱਦਾਂ ਪਹੁੰਚ ਜੂਗੀ? ਅੱਜ ਵਾਅਦਾ ਕਰੋ ਤੁਸੀਂ ਸਾਰੇ ਕਿ ਅਸੀਂ ਪ੍ਰਭੂ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ, ਪ੍ਰਭੂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ, ਪ੍ਰਭੂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਕਿਸ ਤਰ੍ਹਾਂ ਹੋਵੇਗੀ? ਜੇ ਅਸੀਂ ਰੋਜ਼ ਅਭਿਆਸ ਕਰਾਂਗੇ, ਰੋਜ਼ ਸਿਮਰਨ ਕਰਾਂਗੇ, ਰੋਜ਼ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸੰਭਾਲ ਕਰਾਂਗੇ, 24 ਘੰਟੇ 2.5 ਘੰਟੇ ਰੋਜ਼ ਭਜਨ ਸਿਮਰਨ ਕਰਾਂਗੇ, ਘੱਟੋ ਘੱਟ 2.5 ਘੰਟੇ। ਜਿੰਨਾ ਗੁੜ ਪਾਉਂਗੇ ਉਨਾ ਮਿੱਠਾ ਹੋਣਾ। ਜਦੋਂ ਸਮੇਂ ਮਿਲਦਾ ਪ੍ਰਭੂ ਦੀ ਯਾਦ 'ਚ ਬਹਿ ਜਾਓ। ਉਦੋਂ ਤੱਕ ਨਾ ਉੱਠੋ ਜਦ ਤੱਕ ਉਹਨਾਂ ਗੱਲ ਨਹੀਂ ਹੁੰਦੀ, ਜਦ ਤੱਕ ਤੁਹਾਨੂੰ ਆਨੰਦ ਨਹੀਂ ਮਿਲਦਾ। ਢੀਠ ਹੋ ਕੇ ਬੈਠ ਜਾਓ। ਤੰਨੇ ਜੱਟ ਢੀਠ ਹੋ ਕੇ ਬੈਠ ਗਏ ਸੀ ਨਾ, ਦਿਲਾ ਪ੍ਰਭੂ ਨੂੰ ਪਾ ਲਿਆ, ਪ੍ਰਭੂ ਨੂੰ ਬੰਨ੍ਹ ਲਿਆ ਉਹਨੇ। ਤੰਨੇ ਭਗਤ ਨੇ, ਤੰਨੇ ਜੱਟ ਨੇ ਪੱਥਰ 'ਚ ਰੱਬ ਵਾਲਿਆ ਸੀ। ਦੇਖ ਲਓ, ਜਦੋਂ ਪ੍ਰਭੂ ਆਏ ਤਾਂ ਉਹਨੇ ਬਾਹਾਂ ਹੱਥੀ ਬੰਨ੍ਹ ਲਏ, ਰੱਸੀ ਬੰਨ੍ਹਤੀ ਹੱਥਾਂ ਨੂੰ, ਪ੍ਰਭੂ ਨੂੰ ਜਾਣ ਨਹੀਂ ਦਿੱਤਾ। ਤੇ ਤੁਸੀਂ 10 ਦਿਨ ਸੇਵਾ ਕਰਕੇ ਉਹਨੂੰ ਵਿਸਰਜਨ ਕਰ ਦਿੰਦੇ ਹੋ ਕਿ ਪ੍ਰਭੂ ਜਾਓ, ਅਗਲੇ ਵਰਸ ਆਉਣਾ ਮੇਰੇ ਘਰ। ਬਸ ਇੰਨੇ ਪਿਆਰ ਸੀ, ਇੰਨੇ ਤਾਂ ਪ੍ਰੇਮ ਆ ਪ੍ਰਭੂ ਨਾਲ, ਇੰਨੇ ਹੀ ਪ੍ਰੇਮ। ਬਸ ਸਿਰਫ 10 ਦਿਨ ਸੇਵਾ ਕਰਕੇ ਰੱਜ ਗਏ, ਹੱਥ ਖੜੇ ਹੋ ਗਏ ਤੁਹਾਡੇ। ਬਾਕੀ ਦਿਨ ਇੱਦਾਂ ਦਾ ਪਿਆਰ ਨਹੀਂ ਚਾਹੀਦਾ, ਝੂਠਾ ਪਿਆਰ ਨਹੀਂ ਚਾਹੀਦਾ। ਸੱਚਾ ਪਿਆਰ ਕਰੋ, ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ, ਰੋਜ਼ ਆਰਤੀਆਂ ਕਰੋ, ਰੋਜ਼ ਕੀਰਤਨ ਕਰੋ। ਅੰਤਰ ਵਿੱਚ ਜੁੜਨ ਦੀ ਕੋਸ਼ਿਸ਼ ਕਰੋ। ਜਿਸ ਨੂੰ ਵੀ ਪਰਮਾਤਮਾ ਮਿਲਿਆ ਅੰਤਰ ਵਿੱਚ ਮਿਲਿਆ, ਬਾਹਰ ਕਿਸੇ ਨੂੰ ਨਹੀਂ ਮਿਲਿਆ। ਬਾਹਰ ਜੁੜਨ ਦੇ ਸਾਧਨ ਨੇ। ਅੰਦਰ ਆ ਜਾਓ ਆਪਣੇ, ਬਾਹਰੋਂ ਖਿਆਲ ਰੱਖ, ਅੰਤਰ ਜੋੜ ਲਓ। ਰੋਜ਼ ਸਿਮਰਨ ਕਰੋ। ਇਹ ਕਰਨੀ ਦਾ ਮਾਰਗ ਹੈ, ਗੱਲਾਂ ਦਾ ਮਾਰਗ ਨਹੀਂ ਹੈਗਾ। ਆਪਣੀ ਡਿਊਟੀ ਸਮਝ ਕੇ
ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਨਾ, ਕਦੇ ਵੀ ਛੁੱਟੀ ਨਹੀਂ ਕਰਨੀ, ਫਿਰ ਤੁਹਾਡੀ ਗੱਲ ਬਣੇਗੀ। ਠੀਕ ਹੈ, ਡੇਢ ਮਹੀਨਾ ਸਹੀ ਤਰੀਕੇ ਤੁਸੀਂ ਆਪਣੇ ਨੇਮ ਅਨੁਸਾਰ ਰੂਟੀਨ ਨਾਲ ਡੇਢ ਮਹੀਨਾ ਤੁਸੀਂ ਰੋਜ਼ ਸਿਮਰਨ ਕਰੋ। ਜਿਸ ਨੂੰ ਵੀ ਤੁਸੀਂ ਪੀਰ ਨੂੰ, ਪੈਗੰਬਰ ਨੂੰ, ਦੇਵੀ ਦੇਵਤੇ ਨੂੰ, ਰਿਸ਼ੀ ਮੁਨੀ ਨੂੰ, ਸੰਤ ਮਹਾਂਪੁਰਸ਼ ਨੂੰ, ਕਿਸੇ ਨੂੰ ਵੀ ਤੁਸੀਂ ਮੰਨਦੇ ਹੋ, ਉਹ ਸਹੀ ਤਰੀਕੇ ਡੇਢ ਮਹੀਨਾ ਨਿਯਮ ਅਨੁਸਾਰ ਰੋਜ਼ ਬਿਨਾਂ ਛੁੱਟੀ ਸਿਮਰਨ ਕਰੋ, ਬੰਦਗੀ ਕਰੋ। ਤੁਹਾਨੂੰ ਉਹਦਾ ਅਹਿਸਾਸ ਹੋਣ ਲੱਗ ਪੈਣਾ, ਮਹਿਸੂਸ ਹੋਣ ਲੱਗ ਪੈਣਾ, ਤੁਹਾਡੇ ਅੰਦਰ ਵੀ ਬਦਲਾਅ ਆਉਣ ਸ਼ੁਰੂ ਹੋਣ ਲੱਗ ਪੈਣਾ। ਕਰੋ, ਬਸ ਉਸ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ। ਬਾਹਰੋਂ ਖਿਆਲ ਰੱਖ, ਅੰਦਰ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਪਰ ਤੁਸੀਂ ਜੇ ਸਿਮਰਨ ਕਰਦੇ ਤੁਹਾਡਾ ਧਿਆਨ ਨਹੀਂ ਲੱਗਦਾ, ਧਿਆਨ ਭਟਕਦਾ। ਪਰ ਜਦੋਂ 500 ਦੇ ਨੋਟ ਉਹਨਾਂ ਦੇ ਬੰਡਲ 'ਚੋਂ ਗਿਣਤੀ ਕਰਦੇ ਆ, ਉਦੋਂ ਧਿਆਨ ਨਹੀਂ ਤੁਹਾਡਾ ਭਟਕਦਾ। ਜੋ 10-20 ਹਜ਼ਾਰ ਤੁਸੀਂ ਗਿਣਤੀ ਕਰਦੇ ਆ, ਨੋਟ ਗਿਣਤੀ ਕਰਦੇ ਆ, ਉਦੋਂ ਤੁਹਾਡਾ ਧਿਆਨ ਨਹੀਂ ਭਟਕਦਾ। ਜੋ ਸਿਮਰਨ ਕਰਦੇ ਆ, ਬੰਦਗੀ ਕਰਦੇ ਆ, ਉਦੋਂ ਤੁਹਾਡਾ ਧਿਆਨ ਭਟਕਦਾ। ਫਿਰ ਕਹਿੰਦਾ ਤੁਹਾਡਾ ਧਿਆਨ ਨਹੀਂ ਲੱਗਦਾ ਬਾਬਾ ਜੀ। ਉਦੋਂ ਤੁਹਾਡਾ ਧਿਆਨ ਨਹੀਂ ਲੱਗਦਾ ਹੈ। ਜਦੋਂ ਨੋਟ ਗਿਣਤੀ ਕਰਨ ਫਿਰ ਧਿਆਨ ਲੱਗ ਜਾਂਦਾ। ਫਿਰ ਤਾਂ ਐਂ ਕਰ ਕਰਕੇ ਦੇਖਦੇ ਆ ਬਾਰ-ਬਾਰ ਕਿ ਦੋ ਤਾਂ ਨਹੀਂ ਕਿਤੇ। ਧਿਆਨ ਬਾਹਰ ਭਟਕਦਾ ਜੀ, ਧਿਆਨ ਨਹੀਂ ਲੱਗਦਾ ਹੈ। ਮਨ ਭੱਜਦਾ ਆ। ਜੋ 3 ਘੰਟੇ ਦੀ ਫਿਲਮ ਦੇਖਦੇ ਆ, ਉਹਦਾ ਧਿਆਨ ਤੁਹਾਡਾ ਇੱਕ ਜਗ੍ਹਾ ਟਿਕਿਆ ਰਹਿੰਦਾ। ਸਭ ਬਹਾਨੇ ਆ, ਨਾ ਕਰਨ ਦੇ ਬਹਾਨੇ ਆ। ਇਹ ਭਜਨ ਸਿਮਰਨ ਨਾ ਕਰਨ ਦੇ ਬਹਾਨੇ ਆ। ਲੱਗੀ ਵਾਲਿਆਂ ਕਦੀ ਨਹੀਂ ਅੱਖ ਲੱਗਦੀ, ਤੇਰੀ ਕਿਵੇਂ ਅੱਖ ਲੱਗ ਗਈ। ਜਿਹਨੂੰ ਪ੍ਰਭੂ ਨਾਲ ਪ੍ਰੇਮ ਹੋਵੇ, ਪ੍ਰਭੂ ਨਾਲ ਇਸ਼ਕ ਹੋਵੇ, ਉਹ ਆਪਣੀ ਡਿਊਟੀ ਜ਼ਰੂਰ ਨਿਭਾਉਂਦਾ ਆ। ਆਪਣੇ ਗੁਰੂ ਨੂੰ ਜਿਸ ਨੂੰ ਪਿਆਰ ਆ, ਜਿਹੜਾ ਗੁਰੂ ਨਾਲ ਪ੍ਰੇਮ ਕਰਦਾ, ਗੁਰੂ ਦੀ ਹੁਕਮ ਦੀ ਪਾਲਣਾ ਕਰਦਾ, ਗੁਰੂ ਨੂੰ ਆਪਣਾ ਸਭ ਕੁਝ ਮੰਨਦਾ ਹੈ, ਉਹ ਜ਼ਰੂਰ ਰੋਜ਼ ਸਿਮਰਨ ਕਰਦਾ। ਰੋਜ਼ ਬੰਦਗੀ ਕਰੂੰਗਾ, ਰੋਜ਼ ਸਿਮਰਨ ਕਰੂੰਗਾ। ਇਹ ਸੂਰਮਿਆਂ ਦਾ ਕੰਮ ਆ। ਭਗਤੀ ਕਰਨਾ ਸੂਰਮਿਆਂ ਦਾ ਕੰਮ ਆ, ਆਮ ਬੰਦੇ ਦਾ ਕੰਮ ਨਹੀਂ ਹੈਗਾ। ਜਿਹਨੂੰ ਇਸ਼ਕ ਆ ਨਾ, ਉਹੀ ਕਰਦਾ ਭਗਤੀ, ਬੰਦਗੀ ਕਰਦਾ। ਜਿਸ ਨੂੰ ਪ੍ਰੇਮ ਆ ਉਸ ਨਾਲ, ਆਪਣੇ ਗੁਰੂ ਨਾਲ। ਕੀ ਤੁਹਾਨੂੰ ਆਪਣੇ ਗੁਰੂ ਨਾਲ ਪ੍ਰੇਮ ਨਹੀਂ ਹੈਗਾ? ਜੇ ਪ੍ਰੇਮ ਕਰਦੇ ਹੋ ਤਾਂ ਅੱਜ ਤੋਂ ਹੀ ਸ਼ੁਰੂ ਹੋ ਜਾਓ ਬੰਦਗੀ ਕਰਨੀ। ਅੱਜ ਤੋਂ ਹੀ ਸ਼ੁਰੂ ਹੋ ਜਾਓ ਭਗਤੀ ਕਰਨੀ। ਕੋਈ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨਾ। ਤੁਹਾਡੀ ਗੱਲ ਜ਼ਰੂਰ ਬਣ ਜਾਏਗੀ। ਜੋ ਸੱਚ ਆ ਤੁਹਾਡੇ ਅੱਗੇ ਬਿਆਨ ਕਰ ਦਿੱਤਾ। ਮੈਂ ਵੀ ਪ੍ਰੇਮ ਕਰਦਾ, ਮੈਂ ਵੀ ਗਣੇਸ਼ ਭਗਵਾਨ ਨੂੰ ਪਿਆਰ ਕਰਦਾ, ਭੋਲੇਨਾਥ ਨੂੰ ਮੈਂ ਵੀ ਪ੍ਰੇਮ ਕਰਦਾ, ਰਿਸ਼ੀ ਮੁਨੀਆਂ ਨੂੰ ਮੈਂ ਵੀ ਪ੍ਰੇਮ ਕਰਦਾ, ਪੀਰਾਂ ਨੂੰ ਮੈਂ ਵੀ ਪ੍ਰੇਮ ਕਰਦਾ। ਮੈਂ ਨਹੀਂ ਕਦੇ ਕਹੂੰਗਾ ਕਿ ਜਾਓ ਪ੍ਰਭੂ ਤੁਸੀਂ ਜਾਓ। ਮੈਂ ਤਾਂ ਹਮੇਸ਼ਾ ਉਹਨਾਂ ਦੇ ਪੈਰ ਫੜ ਕੇ ਬੈਠ ਜਾਊਂਗਾ। ਠੀਕ ਹੈ, ਆਪਣੇ ਆਪ ਜੀਵਨ ਇੱਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰੋ। ਦਾਸ ਦੇ ਕੁਛ ਬੋਲਣ ਵਿੱਚ ਗਲਤੀ ਹੋਵੇ ਤਾਂ ਦਾਸ ਨੂੰ ਮਾਫ ਜ਼ਰੂਰ ਕਰ ਦੇਣਾ। ਪਰ ਸੱਚ ਆ, ਸੱਚਾਈ ਆ, ਇਹ ਸੋਚਿਓ, ਬੈਠ ਕੇ ਸੋਚਿਓ ਧਿਆਨ ਨਾਲ। ਸੱਚ ਸੱਚਾਈ, ਸੱਚ ਸੱਚ ਹੀ ਆ। ਠੀਕ ਹੈ, ਜਿਸ ਨੂੰ ਅਸੀਂ ਪ੍ਰੇਮ ਕਰਦੇ ਹਾਂ ਉਹਨੂੰ ਕਦੇ ਆਪਣੇ ਅੱਖਾਂ ਦੂਰ ਨਹੀਂ ਹੋਣ ਦਿੰਦੇ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ ਹਮੇਸ਼ਾ। ਰੋਜ਼ ਸਿਮਰਨ ਅਭਿਆਸ ਕਰੋ, ਰੋਜ਼ ਬੰਦਗੀ ਕਰੋ। ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਹੈਗੀ। ਲੋਕੀ ਨਿੰਦਿਆ ਚੁਗਲੀ ਕਰਦੇ ਆ, ਪਰਵਾਹ ਨਹੀਂ ਕਰਨੀ ਕਿਸੇ ਗੱਲ ਦੀ। ਕੋਈ ਮਾੜਾ ਚੰਗਾ ਬੋਲਦਾ ਤਾਂ ਵੀ ਪਰਵਾਹ ਨਹੀਂ ਕਰਨੀ। ਤੁਸੀਂ ਆਪਣਾ ਨੇਮ ਅਨੁਸਾਰ ਆਪਣੇ ਗੁਰੂ 'ਤੇ ਭਰੋਸਾ ਰੱਖ ਕੇ, ਵਿਸ਼ਵਾਸ ਰੱਖ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰ ਦਿਓ। ਠੀਕ ਹੈ, ਤੁਹਾਡੀ ਗੱਲ ਜ਼ਰੂਰ ਬਣ ਜਾਏਗੀ। ਚਾਹੇ ਲੱਖ ਦਾਤਾ ਪੀਰ ਦੀ, ਮੌਜ ਫਕੀਰ ਦੀ।